ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਜੀ ਪਰਮ ਸਨਮਾਨ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ ਗੁਰੂ ਕੀ ਸਾਜੀ ਨਿਵਾਜੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਸੇਵਾ ਸਿਮਰਨ ਕਰ ਸਤਿਗੁਰਾਂ ਦੇ ਦਰ ਨਤਮਸਤਕ ਹੋ ਆਪਣਾ ਮਨੁੱਖਾ ਜੀਵਨ ਸਫਲਾ ਬਣਾਉਣ ਦਾ ਸਫਲ ਯਤਨ ਕਰਦੇ ਹੋ। ਧੰਨ ਧਨਤਾ ਦੇ ਜੋਗ ਚਾਵਰ ਛਤਰ ਤਖਤ ਦੇ ਮਾਲਿਕ ਸਰਬ ਸਾਂਝੇ ਰਹਿਬਰ ਜਗਤ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਦੀ ਬੇਅੰਤ ਕਿਰਪਾ ਦਾ ਸਦਕਾ ਸਾਨੂੰ ਇਸ ਵਡਮੁੱਲੇ ਸਮੇਂ ਦੀ ਮਹਾਨ ਅਪਾਰ ਬਖਸ਼ਿਸ਼ ਹੋਈ। ਆਓ ਗੁਰੂ ਕੀਆਂ ਬਖਸ਼ਿਸ਼ਾਂ ਰਹਿਮਤਾਂ ਦਾ ਲਈਏ ਲਾਹਾ। ਗੁਰੂ ਚਰਨਾਂ ਵਿੱਚ ਕਰੀਏ ਅਰਦਾਸ ਬੇਨਤੀ, ਕਰੀਏ ਗੁਰਮਤਿ ਵਿਚਾਰਾਂ ਦੀ ਆਰੰਭਤਾ। ਦੂਰ ਨੇੜ ਬੈਠੇ ਸਮੂਹ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੋ। ਆਪਣੀ ਮੁਬਾਰਕ ਰਸਨਾ ਪਵਿੱਤਰ ਕਰੋ। ਸਤਿਗੁਰਾਂ ਤੋਂ ਲਈਏ ਆਗਿਆ। ਗੁਰਮਤਿ ਗੁਰਬਾਣੀ ਵਿਚਾਰਾਂ ਆਰੰਭ ਕਰੀਏ। ਪ੍ਰੇਮ ਸਤਿਕਾਰ ਦੇ ਨਾਲ ਦੋਨੋਂ ਹੱਥ ਜੋੜ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸੰਗਤ, ਆਪ ਸਭ ਸੰਗਤ ਗੁਰੂ ਕਾ ਖਾਸ ਰੂਪ ਸਤਿਗੁਰਾਂ ਨੇ ਪਾਵਨ ਵਚਨ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ। ਆਪ ਜੀ ਗੁਰੂ ਕਾ ਖਾਲਸਾ ਰੂਪ ਸੰਗਤ ਹੋ ਤੇ ਗੁਰੂ ਕਾ ਖਾਸ ਰੂਪ। ਗੁਰੂ ਕੇ ਖਾਸ ਰੂਪ ਬਣਨਾ ਤੇ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਖਾਸ ਰੂਪ ਬਣਾਉਣਾ, ਇਹ ਵੀ ਸੰਗਤ ਜੀ ਬਿਰਲੇ ਪ੍ਰਾਣੀਆਂ ਦੇ ਹਿੱਸੇ ਹੀ ਆਉਂਦਾ ਹੈ। ਹਰ ਕੋਈ ਗੁਰੂ ਦਾ ਖਾਸ ਰੂਪ ਨਹੀਂ ਬਣ ਸਕਦਾ, ਕਿਉਂਕਿ ਇਹ ਜੀਵਨ ਭਰਿਆ ਪਿਆ ਖੁਨਾਮੀਆਂ ਦੇ ਨਾਲ। ਇਹ ਜੀਵਨ ਭਰਿਆ ਪਿਆ ਬੁਰਾਈਆਂ ਦੇ ਨਾਲ। ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਹੋਵੇ, ਸਤਿਗੁਰੂ ਜੀ ਪਿਛਲੇ ਔਗਣ ਬਖਸ਼ ਲਿਓ ਪ੍ਰਭ, ਆਗਾ ਮਾਰਗ ਪਾਵੈ।
ਦਾਤਾਰ ਪਾਤਸ਼ਾਹ ਪਿਛਲੇ ਗੁਨਾਹਾਂ ਐਬਾਂ ਔਗਣਾਂ ਨੂੰ ਬਖਸ਼, ਅੱਗੇ ਗੁਣਾਂ ਦੀ ਦਾਤ ਦੇ ਕਰਕੇ ਮਾਰਗ ਪਾਓ ਭਾਵ ਚੰਗੇ ਰਸਤੇ 'ਤੇ ਚੱਲਣ ਦਾ ਆਪ ਜੀ ਸਰੇ ਬਖਸ਼ੋ। ਦਾਤਾਰ ਪਾਤਸ਼ਾਹ ਕਿਰਪਾ ਕਰੋ। ਸੋ ਅੱਜ ਦੇ ਪਾਵਨ ਪਵਿੱਤਰ ਅੰਗ 603-4 ਅੰਗ 'ਤੇ ਅੱਜ ਦੇ ਪਾਵਨ ਸ਼ਬਦ ਸੁਭਾਏਮਾਨ ਹਨ ਜੀ। ਗੁਰਬਾਣੀ ਪੜ੍ਹਨ ਸੁਣਨ ਵਿਚਾਰਨ ਵਾਲੇ ਗੁਰਮੁਖ ਜਨ, ਗੁਰਮੁਖ ਪਿਆਰੇ, ਪਾਵਨ ਅੰਗ ਨੋਟ ਕਰਿਓ। 603-4 ਅੰਗ 'ਤੇ ਪਾਵਨ ਸ਼ਬਦ ਸੁਭਾਏਮਾਨ। ਪਾਵਨ ਰਾਗ ਸੋਰਠ ਰਾਗ ਦੇ ਵਿੱਚ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕੀਤਾ ਹੈ ਜੀ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਆਪਣੇ ਮੁਖਾਰਵਿੰਦ ਤੋਂ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕਰਦੇ ਹਨ। ਸਤਿਗੁਰੂ ਜੀ ਕੀ ਮਤ ਬੁੱਧ ਬਖਸ਼ਦੇ ਨੇ। ਆਓ ਗੁਰੂ ਕੇ ਪਾਵਨ ਸ਼ਬਦ ਨੂੰ ਪੜ੍ਹੀਏ, ਵਿਚਾਰੀਏ ਅਤੇ ਸੁਣੀਏ, ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ। ਵਾਹਿਗੁਰੂ ਜੀ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸਭ ਦੇ ਦੇਹ ਬੁਝਾਈ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਸਮਝਾਉਂਦੇ ਹਨ ਸਾਰੀ ਕਾਇਨਾਤ, ਸਾਰੀ ਮਨੁੱਖਤਾ ਨੂੰ ਬਿਨ ਸਤਿਗੁਰ ਸੇਵੇ, ਸੱਚੇ ਗੁਰੂ ਦੀ ਸੰਗਤ ਤੋਂ ਬਿਨਾਂ, ਸੱਚੇ ਗੁਰੂ ਦੀ ਸੇਵਾ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਬਹੁਤਾ ਦੁੱਖ ਲਾਗਾ। ਬਹੁਤੇ ਤੋਂ ਭਾਵ ਬੇਅੰਤ, ਬਹੁਤ ਹੀ ਜ਼ਿਆਦੇ। ਕੋਈ ਰਾਹ, ਕੋਈ ਮਾਰਗ, ਸੁੱਖਾਂ ਵਾਲਾ ਰਸਤਾ ਹੀ ਨਾ ਦਿਖਦਾ ਹੋਵੇ। ਸਤਿਗੁਰੂ ਜੀ ਕਹਿੰਦੇ ਗੱਲ ਇੱਕ ਜੀਵਨ ਦੀ ਨਹੀਂ ਵੀ ਇਸੇ ਜੀਵਨ ਵਿੱਚ ਹੀ ਦੁੱਖ ਲੱਗੇ ਆ। ਇੱਥੇ ਸਤਿਗੁਰਾਂ ਨੇ ਗੁਰੂ ਤੋਂ ਵਿਛੋੜਨਾ, ਗੁਰੂ ਤੋਂ ਵਿਛੜਨ ਤੋਂ ਭਾਵ ਵਿਛੋੜੇ ਤੋਂ ਬਾਅਦ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸਮਝਾਉਣਾ ਕੀਤਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਚਾਰ ਯੁੱਗਾਂ ਦੀ ਗੱਲ ਕੀਤੀ। ਕਹਿੰਦੇ ਜੇ ਸੱਚੇ ਸਤਿਗੁਰੂ ਦੀ ਸੰਗਤ, ਸੇਵਾ, ਸਿਮਰਨ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਨਾ ਕਰ ਸਕਿਆ ਨਾ, ਤਾਂ ਹੋ ਸਕਦਾ ਚਾਰ ਯੁੱਗਾਂ ਦਾ ਭ੍ਰਮਣ ਕਰਨਾ ਪੈ ਜਾਏ, ਭਾਵ ਜੂਨੀਆਂ ਦੇ ਵਿੱਚ ਪੈ ਜਾਵੇ। ਜਿਵੇਂ ਅੰਡਜ, ਜੇਰਜ, ਸੇਤਜ, ਉਤਭੁਜ, ਚਾਰੇ ਖਾਣੀਆਂ ਦੇ ਵਿੱਚ ਬਹੁਤ ਲੰਬਾ ਜੀਵਨ ਬਿਤਾਉਣਾ ਪੈਂਦਾ। ਜੇ ਚਾਰੇ ਯੁੱਗਾਂ ਦੇ ਵਿੱਚ 84 ਲੱਖ ਜੂਨ ਦੇ ਵਿੱਚ ਪੈ ਗਿਆ ਤਾਂ ਸਤਿਗੁਰੂ ਜੀ ਕਹਿੰਦੇ ਇਹ ਸਾਰਾ ਕੁਝ ਹੋਇਆ ਤਾਂ ਤੂੰ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਸੱਚੇ ਗੁਰੂ ਦੀ ਸੰਗਤ ਨਹੀਂ ਕੀਤੀ, ਸੱਚੇ ਗੁਰੂ ਦਾ ਨਾਮ ਨਹੀਂ ਜਪਿਆ, ਸੱਚੇ ਗੁਰੂ ਦਾ ਹੁਕਮ ਨਹੀਂ ਕਮਾਇਆ, ਤਾਂ ਕਰਕੇ ਜੁਗ ਚਾਰੇ ਭਰਮਾਈ। ਚਾਰੇ ਯੁੱਗਾਂ ਦੇ ਵਿੱਚ ਭਰਮਣਾ ਪੈ ਗਿਆ, ਭਾਵ ਐਸੀਆਂ ਜੂਨਾਂ ਪਈਆਂ ਨੇ ਸੰਗਤ ਜੀ ਜਿਹੜੀਆਂ ਹਜ਼ਾਰਾਂ ਵਰੇ ਇੱਕ ਇੱਕ ਜੂਨ ਭੋਗਣੀ ਪੈਂਦੀ ਆ। ਹਜ਼ਾਰਾਂ ਵਰੇ ਵੇਖਦੇ ਆ ਨਾ ਪਹਾੜਾਂ ਪਰਬਤਾਂ ਨੂੰ, ਬਹੁਤ ਪੁਰਾਣੇ, ਬਹੁਤ ਸਾਲਾਂ ਤੋਂ ਉਸੇ ਥਾਵਾਂ 'ਤੇ ਖੜ੍ਹੇ। 'ਤੇ। 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 '
ਮਿੱਟੀ ਦੇ ਵਿੱਚ ਮਿੱਟੀ ਬਣਦੇ ਨੇ, ਫਿਰ ਕਿਤੇ ਜਾ ਕੇ ਹੌਲੀ ਹੌਲੀ ਉਹਨਾਂ ਦੀ ਜੂਨ ਹੈ ਜਿਹੜੀ ਬਦਲਦੀ ਹੈ, ਤਬਦੀਲ ਹੁੰਦੀ ਹੈ। ਕੋਈ ਬਿਰਖ ਅਸੀਂ ਰੁੱਖ ਐਸਾ ਵੇਖਿਆ ਜਿਹਦੇ ਬਾਬਤ ਸੁਣਦੇ ਹਾਂ ਵੀ ਇਸ ਰੁੱਖ ਦੀ ਉਮਰ, ਇਸ ਬੋਹੜ ਦੀ ਉਮਰ 400 ਸਾਲ ਹੋ ਗਈ। ਇਹ ਵੀ ਇੱਕ ਜੂਨ ਹੈ। ਅਤੇ ਸੱਪ ਦੀ ਜੂਨ ਬੜੀ ਲੰਬੇਰੀ ਮੰਨੀ ਗਈ ਹੈ। ਇਸ ਤਰ੍ਹਾਂ ਜੇ ਜੂਨਾਂ ਦੇ ਵਿੱਚ ਪੈ ਗਏ ਤਾਂ ਸਤਿਗੁਰੂ ਜੀ ਕਹਿੰਦੇ 4 ਯੁੱਗਾਂ ਦੇ ਵਿੱਚ ਦੁਖੀ ਹੁੰਦਾ ਫਿਰੇਂਗਾ। ਅਤੇ ਦੁੱਖ ਨੇ ਜਿਹੜੇ ਜਨਮ ਦੇ ਅਤੇ ਮਰਨ ਦੇ, ਇਹ ਦੁੱਖ ਨੇ। ਜੇ ਜੰਮਿਆ ਤੇ ਮਰਨਾ ਵੀ ਹੈ, ਜੇ ਮਰਿਆ ਤੇ ਜੰਮਣਾ ਵੀ ਹੈ। ਸਤਿਗੁਰੂ ਜੀ ਕਹਿੰਦੇ ਮਰ ਮਰ ਜੰਮੈ ਜੰਮੈ, ਮਰ ਮਰ ਜੰਮੈ ਜੰਮੈ, ਫਿਰ ਮਰ ਮਰ ਜੰਮੈ। ਸਤਿਗੁਰੂ ਜੀ ਕਹਿੰਦੇ ਬੰਦਾ ਜੰਮਦਾ ਮਰਦਾ, ਮਰਦਾ ਜੰਮਦਾ, ਬਹੁਤ ਸਜਾਏ ਪਿਆ ਦੇਸ ਲੰਮੈ ਲੰਮੈ। ਦੇਸ ਤੋਂ ਭਾਵ ਬਹੁਤ ਸਾਰੀਆਂ ਸਜ਼ਾਵਾਂ ਭੋਗਦਾ, ਕਰਮਾਂ ਦੇ ਡੰਡ ਭੋਗਦਾ, ਬਹੁਤ ਲੰਬੇ ਸਮੇਂ ਵਿੱਚ ਆਪਣੇ ਜੀਵਨ ਦੀ ਯਾਤਰਾ ਪੂਰੀ ਕਰਕੇ ਫਿਰ ਕਿਤੇ ਮਨੁੱਖਾ ਦੇਹੀ ਨੂੰ ਦੁਬਾਰਾ ਪ੍ਰਾਪਤ ਕਰਦਾ ਹੈ। ਇਸ ਕਰਕੇ ਅੱਜ ਪਰਮਾਤਮਾ ਨੇ ਸਮਾਂ ਦਿੱਤਾ ਹੈ ਅਤੇ ਸਮੇਂ ਸਿਰ ਜਾਗ, ਸਮੇਂ ਦੇ ਮਾਲਕ ਨੂੰ ਸਮੇਂ ਸਿਰ ਜਾਗ ਕੇ ਸਿਮਰਿਆ ਕਰ, ਤਾਂ ਕਿ ਸਮੇਂ ਸਿਰ ਸਿਮਰ ਕੇ ਤੂੰ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਆਪਣੇ ਤਨ ਦੇ ਕਲ ਕਲੇਸ਼ ਮਿਟਾ ਲਵੇਂ, ਆਪਣੇ ਮਨ ਦੇ ਵਹਿਮ ਭਰਮ ਭੁਲੇਖੇ ਮਾੜੇ ਫੁਰਨੇ ਮਿਟਾ ਲਵੇਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਉੱਤਮ ਹੈ ਪਰਮਾਤਮਾ ਦਾ ਨਾਮ ਜਪਣਾ। ਸਰਵ ਸ੍ਰੇਸ਼ਟ, ਸਭ ਤੋਂ ਚੰਗੀ ਗੱਲ ਹੈ ਸੱਚੇ ਗੁਰੂ ਦੀ ਸੰਗਤ ਕਰਨੀ ਅਤੇ ਸੇਵਾ ਕਰਨੀ। ਜਿਹੜੇ ਮਨੁੱਖ ਸੇਵਾ ਕਰਦੇ ਆ, ਸਿਮਰਨ ਕਰਦੇ ਆ, ਉਸ ਪਰਮ ਪਿਤਾ ਪਰਮਾਤਮਾ ਦੇ ਅਜਿਜ ਪਿਆਰੇ ਸੇਵਕ ਬਣ ਕੇ ਸਾਹਮਣੇ ਆਉਂਦੇ ਆ, ਜਿਨ੍ਹਾਂ ਦਾ ਨਾਮ ਭਾਈ ਕਨ੍ਹਈਆ ਵੀ ਪੈਂਦਾ ਹੈ, ਜਿਨ੍ਹਾਂ ਦਾ ਨਾਮ ਸ਼ਹੀਦ ਬਾਬਾ ਦੀਪ ਸਿੰਘ ਜੀ ਵੀ ਪੈਂਦਾ ਹੈ, ਜਿਨ੍ਹਾਂ ਨੂੰ ਵਡਿਆਈ ਮਿਲਦੀ ਹੈ ਸੰਗਤ ਜੀ, ਬਾਬਾ ਬੁੱਢਾ ਜੀ ਵੀ ਨਾਮ ਪੈਂਦਾ ਹੈ। ਬਾਬਾ ਬੁੱਢਾ ਜੀ ਦੇ ਅੱਜ ਪਾਵਨ ਅਸਥਾਨ ਬੀੜ ਬਾਬਾ ਬੁੱਢਾ ਜੀ ਦੇ ਬਹੁਤ ਭਾਰੀ ਮੇਲਾ ਇਕੱਠ ਹੈ। ਆਪ ਸਭ ਸੰਗਤਾਂ ਨੂੰ ਉਸ ਭਾਰੀ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਇਹਨਾਂ ਨੇ ਸਾਰਾ ਕੁਝ ਪ੍ਰਾਪਤ ਕਿਵੇਂ ਕੀਤਾ? ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ, ਗੁਰੂ ਕੇ ਸਿੱਖ ਬਣੇ, 5 ਪਾਤਸ਼ਾਹੀਆਂ ਨੂੰ ਆਪਣੇ ਹੱਥੀਂ ਗੁਰਤਾ ਗੱਦੀ ਦਾ ਤਿਲਕ ਦਿੱਤਾ ਅਤੇ ਗੁਰੂ ਕੇ ਪਿਆਰੇ ਸੇਵਕ ਬਣ ਕੇ ਆਪਣਾ ਜੀਵਨ ਗੁਰੂ ਚਰਨਾਂ ਵਿੱਚ ਰਹਿ ਕੇ ਹੀ ਬਿਤਾਇਆ ਅਤੇ ਗੁਰੂ ਚਰਨਾਂ ਵਿੱਚ ਹੀ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ, ਗੁਰੂ ਚਰਨਾਂ ਵਿੱਚ ਹੀ ਆਪਣੇ ਜੀਵਨ ਦਾ ਅੰਤ ਕੀਤਾ। ਤਾਂ ਸੰਗਤ ਜੀ, ਜਿਨ੍ਹਾਂ ਨੂੰ ਗਿਆਨ ਸਮਝ ਆ ਗਈ ਉਹਨਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਿਆ ਅਤੇ 4 ਯੁੱਗਾਂ ਦੇ ਭ੍ਰਮਣ ਤੋਂ ਬਚ ਗਏ, ਭਾਵ 84 ਦੇ ਗੇੜ ਤੋਂ ਬਚ ਗਏ। ਤਾਂ ਬੁਰਾ ਵਕਤ, ਮਾੜਾ ਸਮਾਂ, ਦੁੱਖ ਅਤੇ ਇੱਕ ਘੜੀ ਇੱਕ ਪਲ ਦਾ ਵੀ ਸਹਿਣਾ ਔਖਾ। ਅਤੇ ਗੁਰੂ ਸਾਹਿਬ ਨੇ ਤਾਂ ਇੱਥੇ ਗੱਲ ਕੀਤੀ, ਕਹਿੰਦੇ ਜੇ ਸੱਚੇ ਗੁਰੂ ਤੋਂ ਵਿਛੜ ਗਿਆ, ਸੱਚੇ ਗੁਰੂ ਦੇ ਨਾਮ ਤੋਂ ਹੀਣਾ ਰਹਿ ਗਿਆ, ਵਾਂਝਾ ਰਹਿ ਗਿਆ, ਸੇਵਾ ਸਿਮਰਨ ਨਾ ਕੀਤਾ ਤਾਂ ਬਹੁਤਾ ਦੁੱਖ ਲਾਗਾ। ਯੁੱਗ 4 ਭਰਮਾਈ, 4 ਯੁੱਗਾਂ ਦੇ ਵਿੱਚ ਭ੍ਰਮਣਾ ਪੈ ਸਕਦਾ ਹੈ। 84 ਐਸੀ ਇੱਕ ਪਰਮਾਤਮਾ ਦੀ ਬਣਾਈ ਹੋਈ ਵਿਧੀ ਹੈ ਜਿਹਦੇ ਵਿੱਚ ਤੂੰ ਫਸ ਗਿਆ ਅਤੇ ਨਿਕਲਣਾ ਬੜਾ ਔਖਾ ਹੈ। ਤਾਂ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ ਹਾਮ ਦੀਨ ਤੁਮ ਜੁਗ ਜੁਗ ਦਾਤੇ, ਸਬਦੇ ਦੇਹ ਬੁਝਾਈ। ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ, ਆਪਣੇ ਸਤਿਗੁਰੂ ਦੇ ਅੱਗੇ ਅਰਜ਼ ਕਰਿਆ ਕਰ, ਅਰਜ਼ੋਈ ਕਰਿਆ ਕਰ। ਹਮ ਦੀਨ, ਦੀਨ ਤੋਂ ਭਾਵ ਅਸੀਂ ਦਾਤਾਰ ਪਾਤਸ਼ਾਹ ਨਿਮਾਣੇ ਗਰੀਬ ਆਪ ਜੀ ਦੇ ਆਸਰੇ ਸਹਾਰੇ ਹਾਂ। ਤੁਸੀਂ ਜੁਗ ਜੁਗ ਦਾਤੇ, ਤੁਸੀਂ ਸਾਰੇ ਯੁੱਗਾਂ ਦੇ ਵਿੱਚ ਦਾਤੇ ਬਣ ਕੇ ਆਉਂਦੇ ਹੋ ਅਤੇ ਸਾਨੂੰ ਸਾਰੇ ਯੁੱਗਾਂ ਦੇ ਵਿੱਚ ਦੀਨ ਬਣਾ ਕੇ, ਆਪਣੇ ਸੇਵਕ ਬਣਾ ਕੇ ਰੱਖ ਲਓ। ਕਿਰਪਾ ਕਰ ਦਿਓ ਦਾਤਾ। ਆਪ ਜੀ ਜਿੱਥੇ ਦਾਤਾਰ ਹੋ, ਦਾਤਾ ਵੰਡਦੇ ਹੋ, ਬਿਨਾਂ ਭੇਦ ਭਾਵ ਤੋਂ, ਬਿਨਾਂ ਵਿਰਵੇ ਤੋਂ, ਬਿਨਾਂ ਵਿਤਕਰੇ ਤੋਂ, ਬਿਨਾਂ ਵਿਥ ਤੋਂ ਸਭ ਨੂੰ ਨਦਰੀ ਨਦਰ ਨਿਹਾਲ ਕਰਦੇ ਹੋ, ਉੱਥੇ ਸਾਨੂੰ ਵੀ ਨਦਰੀ ਨਦਰ ਨਿਹਾਲ ਕਰਦੇ ਹੋ। ਸ਼ਬਦੇ ਦੇਹ ਬੁਝਾਈ, ਆਪ ਜੀ ਸ਼ਬਦ ਦਾ ਗਿਆਨ ਬਖਸ਼ਦੇ ਹੋ, ਸੁਰਤ ਸ਼ਬਦ ਦੇ ਨਾਲ ਜੁੜੇ
ਤੇ ਗਿਆਨ ਆ ਜਾਏ। ਦਾਤਾਰ ਪਾਤਸ਼ਾਹ ਆਪ ਜੀ ਦੇ ਦਰ ਘਰ ਦੀ ਸੋਝੀ ਸਮਝ ਆ ਜਾਏ, ਸ਼ਬਦੇ ਦੇਹ ਬੁਝਾਈ। ਦਾਤਾਰ ਪਾਤਸ਼ਾਹ ਮੈਨੂੰ ਸਮਝ ਆ ਜਾਏ, ਮੈਂ ਇਸ ਗੱਲ ਨੂੰ ਬੁੱਝ ਲਵਾਂ, ਜਾਣ ਲਵਾਂ ਕਿ ਮੈਂ 84 ਤੋਂ ਬਚਣਾ ਕਿਵੇਂ ਹੈ, ਮੈਂ 4 ਯੁੱਗਾਂ ਦੇ ਭ੍ਰਮਣ ਤੋਂ ਬਚਣਾ ਕਿਵੇਂ ਹੈ। ਇਹ ਸਭ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਰਹਿਮਤ ਨਾਲ ਹੀ ਹੋ ਸਕਦਾ। ਸ਼ਬਦੇ ਦੇਹ ਬੁਝਾਈ, ਜੇ ਆਪ ਜੀ ਦੇ ਸ਼ਬਦ ਦਾ ਗਿਆਨ ਹੋ ਜਾਏ, ਆਪ ਜੀ ਦਾ ਸ਼ਬਦ ਪ੍ਰਸ਼ਾਦ ਦੇ ਰੂਪ ਵਿੱਚ ਮਿਲ ਜਾਏ, ਤਾਂ ਦਾਤਾਰ ਪਾਤਸ਼ਾਹ ਸਾਡਾ ਅਲਪਗ ਜੀਵਾਂ ਦਾ, ਕਲਯੁਗੀ ਜੀਵਾਂ ਦਾ ਭਲਾ ਹੋ ਸਕਦਾ ਹੈ। ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਬੇਨਤੀ ਰੂਪ ਸ਼ਬਦ ਹੈ, ਉਸ ਦਾਤੇ ਦੇ ਅੱਗੇ ਹੱਥ ਜੋੜ ਬੇਨਤੀ ਕਰੀਏ, ਐ ਪਿਆਰੇ, ਐ ਪਰਮ ਪਿਤਾ ਪਰਮਾਤਮਾ, ਹਰ ਜੀਓ ਹੈ ਹਰੀ ਪਰਮਾਤਮਾ ਜੀਓ, ਕਿਰਪਾ ਕਰੋ ਸਾਡੇ ਤੇ, ਤਰਸ ਕਰੋ, ਰਹਿਮਤ ਕਰੋ। ਸਤਿਗੁਰ ਦਾਤਾ ਮੇਲ ਮਿਲਾਵੋ, ਹਰਿ ਨਾਮ ਦੇਵੋ ਆਧਾਰੇ। ਕਿਰਪਾ ਕਰਕੇ ਸਾਨੂੰ ਸੱਚੇ ਸਤਿਗੁਰੂ ਦਾ, ਉਸ ਦਾਤੇ ਦਾ ਜੋ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਦਿਨ ਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇ ਦੇ ਤੋਟ ਨ ਆਵਈ, ਅਗਣਤ ਭਰੇ ਭੰਡਾਰ। ਦਾਤਾਰ ਪਾਤਸ਼ਾਹ ਦੇਂਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਬਿਗਸੈ ਬੇਪਰਵਾਹੋ। ਦਾਤਾਰ ਪਾਤਸ਼ਾਹ ਆਪ ਜੀ ਕਿਰਪਾ ਕਰੋ, ਸੱਚੇ ਸਤਿਗੁਰੂ ਦਾ, ਉਸ ਦਾਤੇ ਦਾ ਮੇਲ ਕਰਾ ਦਿਓ। ਹਰ ਨਾਮ ਦੇਵੋ ਆਧਾਰੇ, ਹਰੀ ਪਰਮਾਤਮਾ ਦਾ ਨਾਮ ਹੈ ਜਿਹੜਾ ਮੇਰੇ ਜੀਵਨ ਦਾ ਆਧਾਰ ਬਣ ਜਾਏ, ਆਸਰਾ ਬਣ ਜਾਏ। ਮੈਂ ਆਪ ਜੀ ਦੇ ਨਾਮ ਤੋਂ ਬਿਨਾਂ ਨਾ ਰਹਿ ਸਕਾਂ, ਇੱਕ ਸਮਾਂ ਮੈਨੂੰ ਭੋਜਨ ਨਾ ਮਿਲੇ, ਮੈਂ ਸਹਿ ਲਵਾਂ ਉਸ ਭੁੱਖ ਨੂੰ। ਇੱਕ ਟਾਈਮ ਮੈਨੂੰ ਪਾਣੀ ਨਾ ਮਿਲੇ, ਮੈਂ ਸਹਿ ਲਵਾਂ ਉਸ ਪਿਆਸ ਨੂੰ। ਪਰ ਦਾਤਾਰ ਪਾਤਸ਼ਾਹ ਐਸਾ ਸਮਾਂ ਨਾ ਆਵੇ ਜਿਸ ਦਿਨ ਆਪ ਜੀ ਦੇ ਦੀਦਾਰੇ ਨਾ ਹੋਣ, ਐਸਾ ਸਮਾਂ ਨਾ ਆਵੇ ਜਿਸ ਦਿਨ ਆਪ ਜੀ ਦੇ ਮੈਂ ਦਰਸ਼ਨ ਨਾ ਕਰ ਸਕਾਂ, ਮੈਂ ਬਾਣੀ ਨਾ ਪੜ੍ਹ ਸਕਾਂ, ਮੈਂ ਅੰਮ੍ਰਿਤ ਵੇਲੇ ਨਾ ਜਾਗ ਸਕਾਂ, ਮੈਂ ਆਪ ਜੀ ਦੇ ਦਰ 'ਤੇ ਆ ਕੇ ਹੱਥ ਜੋੜ ਅਰਜ ਅਰਜ਼ੋਈ ਨਾ ਕਰ ਸਕਾਂ। ਐਸਾ ਦਿਨ ਨਾ ਆਵੇ ਜਿਸ ਦਿਨ ਮੇਰੇ ਮੁਖ 'ਚੋਂ ਇਹ ਨਾ ਨਿਕਲੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਐਸਾ ਦਿਨ ਕਦੇ ਵੀ ਨਾ ਆਵੇ ਜ਼ਿੰਦਗੀ ਦੇ ਵਿੱਚ ਦਾਤਾਰ ਪਾਤਸ਼ਾਹ, ਜਿਸ ਦਿਨ ਮੈਂ ਸਰਬਤ ਦਾ ਭਲਾ ਨਾ ਮੰਗ ਸਕਾਂ, ਜਿਸ ਦਿਨ ਮੇਰਾ ਮਨ ਆਪ ਜੀ ਦੇ ਚਰਨਾਂ ਦਾ ਧਿਆਨ ਨਾ ਧਰ ਸਕੇ। ਕਿਰਪਾ ਕਰੋ ਦੇਵੋ ਆਧਾਰੇ, ਮੇਰੇ ਜੀਵਨ ਦਾ ਆਧਾਰ ਆਸਰਾ ਹੀ ਆਪ ਜੀ ਦਾ ਨਾਮ, ਆਪ ਜੀ ਦਾ ਦਾਤਾਰ ਪਾਤਸ਼ਾਹ ਆਸ਼ੀਰਵਾਦ ਹੀ ਮੇਰੇ ਵਾਸਤੇ ਸਭ ਕੁਝ ਬਣ ਜਾਵੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸੱਚੇ ਪਾਤਸ਼ਾਹ ਆਪ ਜੀ ਦਾ ਇਹ ਨਾਮ ਮੇਰੇ ਵਾਸਤੇ ਆਧਾਰ ਬਣ ਜਾਏ। ਮੈਂ ਜਪ ਜਪ ਜੀਵਾਂ ਆਪ ਜੀ ਦੇ ਨਾਮ ਨੂੰ। ਦਾਤਾਰ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਨੂੰ ਧੋ ਧੋ ਪੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਭਾਵ ਅੱਜ ਦੇ ਸਮੇਂ ਵਿੱਚ ਗੁਰੂ ਦੇ ਚਰਨ ਕਿਵੇਂ ਧੋ ਲਵਾਂ? ਗੁਰੂ ਦਿਖਾਈ ਦੇਵੇ ਤਾਂ ਧੋਵਾਂ ਨਾ। ਦੰਭੀ ਪਖੰਡੀ ਗੁਰੂ ਤੇ ਬਥੇਰੇ, ਚਾਲਬਾਜ਼ ਡਰਾਮੇਬਾਜ਼ ਸੰਸਾਰ 'ਤੇ ਮਿਲ ਜਾਣੇ ਆ, ਪਰ ਸੱਚੇ ਗੁਰੂ ਦੇ ਚਰਨ ਕਿਵੇਂ ਪਰਸਾਂ, ਕਿਵੇਂ ਧੋ ਲਵਾਂ? ਤਾਂ ਸੱਚੇ ਗੁਰੂ ਦੇ ਚਰਨ ਧੋਣੇ, ਆਪਣੀ ਰਸਨਾ ਤੋਂ ਜਪਣਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਤਰ੍ਹਾਂ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਣਾ, ਧਿਆਨ ਧਰਨਾ ਕਿ ਮੇਰੇ ਸਾਹਮਣੇ ਮੇਰਾ ਗੁਰੂ ਪ੍ਰਤੱਖ ਹੈ ਅਤੇ ਮੈਂ ਮੇਰੇ ਗੁਰੂ ਦੇ ਚਰਨਾਂ ਨੂੰ ਧੋ ਰਿਹਾ ਹਾਂ ਅਤੇ ਚਰਨ ਅੰਮ੍ਰਿਤ ਆਪਣੀ ਰਸਨਾ ਦੇ ਨਾਲ ਚੱਖ ਰਿਹਾ ਹਾਂ, ਇਸ ਜਵਾਨ ਦੇ ਨਾਲ ਚੱਖ ਰਿਹਾ ਹਾਂ। ਤਾਂ ਸੰਗਤ ਜੀ ਰਹੋ ਵਿਚਾਰ। ਸਤਿਗੁਰੂ ਜੀ ਕਹਿੰਦੇ ਰਹਾਉ ਦਾ ਵਿਸਰਾਮ ਦੇ ਸਮਝਾਉਂਦੇ ਨੇ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ, ਪਾਇਆ ਨਾਮ ਅਪਾਰਾ। ਮਨਸਾ ਤੋਂ ਭਾਵ ਹੈ ਜੀ ਵਾਸ਼ਨਾਵਾਂ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਦਾਤਾਰ ਪਾਤਸ਼ਾਹ ਮੇਰੇ ਮਨ ਦੇ ਵਿੱਚ ਜੋ ਵਾਸ਼ਨਾਵਾਂ ਨੇ ਆਪਣਾ ਘਰ ਕੀਤਾ ਹੋਇਆ, ਮੇਰੇ ਅੰਦਰ ਬਹੁਤ ਸਾਰੀਆਂ ਇੱਛਾਵਾਂ ਨੇ ਜਨਮ ਲਿਆ ਹੋਇਆ, ਆਪ ਜੀ ਕਿਰਪਾ ਕਰੋ। ਤਾਂ ਦਾਤਾਰ ਪਾਤਸ਼ਾਹ ਮਨਸਾ ਮਾਰ, ਮੇਰੇ ਮਨ ਦੀਆਂ ਜਿਹੜੀਆਂ ਬੇਤੁਕੀਆਂ ਬੇਲੋੜੀਆਂ ਇੱਛਾਵਾਂ ਨੇ, ਆਪ ਜੀ ਉਹਨਾਂ ਨੂੰ ਮਾਰ ਮੁਕਾਓ। ਭਾਵ ਖਿਆਲ ਹੀ ਇਸ ਤਰ੍ਹਾਂ ਦਾ ਮਨ ਵਿੱਚ ਨਾ ਆਵੇ, ਹਿਰਦੇ ਵਿੱਚ ਨਾ ਆਵੇ ਜਿਹੜੀ ਇੱਛਾ ਆਪ ਜੀ ਦੇ ਦਰ ਨਾਲੋਂ ਦੂਰ ਕਰੇ, ਆਪ ਜੀ ਦੇ ਨਾਮ ਨਾਲੋਂ, ਸੇਵਾ ਅਤੇ ਸਿਮਰਨ ਨਾਲੋਂ ਦੂਰ ਕਰੇ। ਇਹਨਾਂ ਇੱਛਾਵਾਂ ਨੂੰ ਆਪ ਜੀ ਹੀ ਆਪਣਾ ਸ਼ਬਦ ਰੂਪੀ ਬਾਣ ਮਾਰ ਕੇ ਖਤਮ ਕਰ ਦਿਓ, ਮਿਟਾ ਦਿਓ। ਦੁਵਿਧਾ ਜਿਹੜੀ ਦੋ ਚਿੱਤੀ ਹੈ, ਮਨ ਦੀ ਡਾਵਾਂ ਡੋਲਤਾ ਹੈ। ਇੱਕ ਮਨ ਕਹਿੰਦਾ ਹਾਂ ਕਰਨਾ ਅਤੇ ਦੂਸਰਾ ਮਨ ਕਹਿੰਦਾ ਨਹੀਂ। ਇੱਕ ਮਨ ਨੇ ਰਾਤੀ ਸਲਾਹ ਕੀਤੀ ਸਵੇਰੇ ਮਨਾ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਹੈ ਅਤੇ ਗੁਰੂ ਦੇ ਦੀਦਾਰੇ ਕਰਨੇ ਹੈ। ਰਾਤ ਨੂੰ ਮਨ ਨੇ ਪੂਰੀ ਵਿਚਾਰ ਕੀਤੀ, ਸਰੀਰ ਸੌਂ ਗਿਆ। ਅੰਮ੍ਰਿਤ ਵੇਲਾ ਹੋਇਆ, ਆਵਾਜ਼ ਆਈ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਪਰ ਇਸ ਮਨ ਨੇ, ਇਸ ਸਰੀਰ ਨੇ ਫਿਰ ਆਲਸ ਦਾ ਜੁਲੜਾ ਸਵਾਰ ਕੇ ਉੱਪਰ ਲੈ ਲਿਆ। ਹੁਣ ਦੂਸਰੇ ਮਨ ਨੇ ਜਨਮ ਲੈ ਲਿਆ ਨਹੀਂ, ਹਜੇ ਤੇ ਸਮਾਂ ਕਾਫੀ ਹੋਇਆ। ਕੋਈ ਗੱਲ ਨਹੀਂ, ਥੋੜ੍ਹੀ ਦੇਰ ਠਹਿਰ ਕੇ ਫਿਰ ਉੱਠ ਖੜਾਂਗੇ। ਕਦੋਂ ਅਲਾਰਮ ਨੂੰ ਹੱਥ ਲੱਗ ਗਿਆ, ਕਦੋਂ ਬੰਦ ਹੋ ਗਿਆ, ਕੋਈ ਪਤਾ ਨਹੀਂ ਲੱਗਿਆ। ਦਿਨ ਚੜ੍ਹਿਆ, ਧੁੱਪ ਲੱਗੀ ਅਤੇ ਪਤਾ ਲੱਗਿਆ ਵੀ ਦਿਨ ਚੜ੍ਹ ਗਿਆ। ਅੱਜ ਦਾ ਅੰਮ੍ਰਿਤ ਵੇਲਾ ਫਿਰ ਖੁੱਸ ਗਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੈ ਦਾਤਾਰ ਪਾਤਸ਼ਾਹ, ਇਸ ਤਰ੍ਹਾਂ ਦੀ ਦੁਵਿਧਾ ਜਿਹੜੀ ਦੋ ਚਿੱਤੀ ਹੈ ਮਨ ਦੀ, ਇਹ ਮਿਟਾ ਦੇ, ਖਤਮ ਕਰ ਦੇ। ਮਨ ਦੇ ਵਿੱਚ ਇਕਾਗਰਤਾ, ਇੱਕੋ ਹੀ ਸਵਾਲ, ਇੱਕੋ ਹੀ ਮਨ ਦੇ ਵਿੱਚ ਫੁਰਨਾ ਫੁਰੇ ਕਿ ਅੰਮ੍ਰਿਤ ਵੇਲੇ ਜਾਗਾਂ ਅਤੇ ਬਾਣੀ ਪੜ੍ਹਾਂ, ਬਾਣੀ ਸੁਣਾ। ਇੱਕੋ ਹੀ ਮਨ ਦਾ ਖਿਆਲ, ਇਸ ਤਨ ਦੇ ਨਾਲ ਸੇਵਾ ਕਰਾਂ, ਸਿਮਰਨ ਕਰਾਂ। ਦੂਸਰਾ ਖਿਆਲ ਹੀ ਪੈਦਾ ਨਾ ਹੋਵੇ। ਜੇ ਇੱਕ ਖਿਆਲ ਪੈਦਾ ਹੋਏਗਾ ਤਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਫਿਰ ਏਕੋ ਸਿਮਰਿਆ ਨਾਨਕਾ ਦੂਜਾ ਕਾਹੇ ਕੂ। ਇੱਕ ਨੂੰ ਸਿਮਰਨਾ, ਇੱਕ ਨੂੰ ਆਰਾਧਨਾ, ਇੱਕ ਦਾ ਧਿਆਨ ਧਰਨਾ ਅਤੇ ਜੀਵਨ ਦਾ ਭਲਾ ਹੋ ਜਾਂਦਾ, ਨਿਰਵਾਹ ਹੋ ਜਾਂਦਾ। ਸਤਿਗੁਰੂ ਜੀ ਫਿਰ ਕਹਿੰਦੇ ਪਾਇਆ ਨਾਮ ਅਪਾਰਾ। ਜਦੋਂ ਮਨੁੱਖ ਦੀ ਦੁਵਿਧਾ, ਮਨਸ਼ਾ ਭਾਵ ਬੇਕਾਰੀ ਆਸ਼ਾ ਨੇ, ਜਿਹੜੀਆਂ ਇੱਛਾਵਾਂ ਉਹਨਾਂ ਦਾ ਮਿਟਣਾ ਹੋ ਗਿਆ। ਮਨ ਦੇ ਵਿੱਚ ਦੁਵਿਧਾ ਸੀ ਜਿਹੜੀ, ਹਾਂ ਅਤੇ ਨਾ, ਨਾ ਅਤੇ ਹਾਂ, ਦੋ ਚਿੱਤੀ ਸੀ, ਉਹ ਮਿਟ ਗਈ। ਅਤੇ ਇਹ ਮਿਟੀ ਕਿਵੇਂ? ਪਾਇਆ ਨਾਮ ਅਪਾਰਾ। ਜਦੋਂ ਉਸ ਪਰਮ ਪਿਤਾ ਅਪਾਰ, ਜਿਹਦੇ ਤੱਕ ਕਿਸੇ ਦੀ ਪਹੁੰਚ ਨਹੀਂ, ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਉਹਦਾ ਨਾਮ ਅਪਾਰਾ। ਜਦੋਂ ਉਸ ਦੇ ਨਾਮ ਨਾਲ ਜੁੜ ਗਏ, ਸਰੀਰ ਨਾਲ, ਤਨ ਨਾਲ ਸੇਵਾ ਕਰਨ ਲੱਗ ਪਏ ਅਤੇ ਰਸਨਾ ਨਾਲ ਗਾਉਣ ਲੱਗ ਪਏ ਸਤਿਨਾਮ ਸ੍ਰੀ, ਸਤਿਨਾਮ ਸ੍ਰੀ। ਤਾਂ ਸਤਿਗੁਰੂ ਜੀ ਕਹਿੰਦੇ ਰੂਹ ਦਾ, ਆਤਮਾ ਦਾ, ਸਰੀਰ ਦਾ, ਕੁਲਾਂ ਦਾ, ਸਭ ਜਿੱਥੇ ਵੀ ਤੂੰ ਜਾਏ ਪਰਮਾਤਮਾ ਦਾ ਨਾਮ ਜਪੇ, ਉਹਦਾ ਧਿਆਨ ਧਰੇ। ਜਿੱਥੈ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਰਾਮ ਰਾਜੇ
ਜਿੱਥੇ ਪਰਮਾਤਮਾ ਨੂੰ ਸਿਮਰਿਆ ਜਾਏ, ਉਹਦਾ ਧਿਆਨ ਧਰਿਆ ਜਾਏ, ਉਹ ਥਾਨ ਪਵਿੱਤਰ ਹੋ ਜਾਂਦਾ ਹੈ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ, ਭਰੀ ਹੋ ਜਾਂਦੀ ਹੈ। ਜਿੱਥਾ ਨਾਮ ਜਪੀਐ ਮੇਰੇ ਪਿਆਰੇ, ਸੇ ਆਸਥਿਲ ਸੋਇ ਨ ਚਵਾਰੇ। ਆਸਥਿਲ ਤੋਂ ਭਾਵ ਹੁੰਦਾ ਜੀ ਟਿੱਬੇ, ਜਿੱਥੇ ਪਾਣੀ ਦੀ ਬੂੰਦ ਤੱਕ ਨਹੀਂ, ਜਿੱਥੇ ਮਿੱਟੀ ਘੱਟਾ ਹੀ ਉੱਡਦਾ ਉਹਨੂੰ ਕਹਿੰਦੇ ਨੇ ਆਸਥਿਲ। ਉਹ ਥਾਂ 'ਤੇ ਨਾਮ ਜਪਣ ਵਾਲਾ ਬੈਠ ਜਾਏ ਤੇ ਆਸਥਿਲ ਸੋਇ ਨ ਚਵਾਰੇ। ਗੁਰੂ ਕਿਰਪਾ ਕਰ ਦਿੰਦਾ, ਉਹ ਥਾਂ ਵੀ ਚਵਾਰੇ ਲੱਗਣ ਲੱਗ ਪੈਂਦੇ ਨੇ, ਉਹ ਥਾਵਾਂ 'ਤੇ ਮੇਲੇ ਲੱਗਣ ਲੱਗ ਪੈਂਦੇ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਬਾਬਾ ਬੁੱਢਾ ਜੀ ਜਿੱਥੇ ਭਗਤੀ ਬੰਦਗੀ ਕਰਿਆ ਕਰਦੇ ਸਨ, ਉਹ ਬੀੜ ਸੀ ਅਤੇ ਅੱਜ ਵੀ ਬੀੜ ਦੇ ਨਾਮ 'ਤੇ ਮਸ਼ਹੂਰ ਹੈ। ਪਰ ਜੇ ਉੱਥੇ ਬਾਬਾ ਬੁੱਢਾ ਜੀ ਨੇ ਨਾਮ ਜਪਿਆ, ਸਿਮਰਨ ਭਜਨ ਬੰਦਗੀ ਕੀਤੀ, ਇਕਾਗਰਤਾ ਬਣਾ ਕੇ ਬੈਠੇ, ਪਰਮਾਤਮਾ ਦਾ ਧਿਆਨ ਧਰਦੇ ਰਹੇ, ਅਤੇ ਅੱਜ ਉਹ ਬੀੜ ਵੀ ਉੱਥੋਂ ਰੌਣਕ ਬਣਾ ਦਿੱਤੀ। ਸੰਗਤ ਨੇ ਬੇਸ਼ੁਮਾਰ ਮਿਹਨਤ ਕੀਤੀ, ਸੇਵਾ ਕਰਕੇ ਉਸ ਜਗ੍ਹਾ ਨੂੰ ਦਰਸ਼ਨਯੋਗ ਬਣਾ ਦਿੱਤਾ, ਅਤੇ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ, ਅਤੇ ਬਾਬਾ ਬੁੱਢਾ ਜੀ ਦੇ ਦਰ ਤੋਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਝੋਲੀਆਂ ਭਰ ਕੇ ਪਰਤਦੀਆਂ ਨੇ। ਅੱਜ ਤੱਕ ਐਸਾ ਹੋਇਆ ਨਹੀਂ। ਜੇਕਰ ਸਾਡੀ ਹੀ ਇੱਛਾ ਦੇ ਵਿੱਚ ਕੋਈ ਕਮੀ ਹੈ, ਸਾਡੀ ਅਰਦਾਸ ਵਿੱਚ ਕਮੀ ਹੈ, ਸਾਡੇ ਮੰਗਣ ਵਿੱਚ ਕਮੀ ਹੈ, ਤੇ ਗੱਲ ਵੱਖਰੀ ਹੈ। ਪਰ ਸੰਗਤ ਜੀ ਅੱਜ ਤੱਕ ਐਸਾ ਨਹੀਂ ਹੋਇਆ ਕਿ ਕੋਈ ਬਾਬਾ ਬੁੱਢਾ ਜੀ ਦੇ ਦਰ 'ਤੇ ਗਿਆ ਹੋਵੇ ਅਤੇ ਖਾਲੀ ਮੁੜਿਆ ਹੋਵੇ। ਅਤੇ ਜੇ ਇੱਥੇ ਸਵਾਲ ਇਹ ਹੋਵੇ ਵੀ ਮੈਂ ਤਾਂ ਖਾਲੀ ਮੁੜ ਆਇਆ, ਅਸੀਂ ਤਾਂ ਗਏ ਸੀ, ਤਾਂ ਸੰਗਤ ਜੀ ਇਸ ਤੋਂ ਪਹਿਲਾਂ ਧਿਆਨ ਇਹ ਮਾਰ ਲੈਣਾ ਕਿ ਮਾਤਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਘਰ ਮਹਿਲ ਮਾਤਾ ਗੰਗਾ ਜੀ ਵੀ ਗਏ, ਉਹਨਾਂ ਨੂੰ ਵੀ ਇੱਕ ਵਾਰ 'ਤੇ ਵਾਪਸ ਪਰਤਣਾ ਪਿਆ, ਇੱਕ ਵਾਰ 'ਤੇ ਉਹਨਾਂ ਨੂੰ ਵੀ ਵਾਪਸ ਪਰਤਣਾ ਪਿਆ। ਬਾਬਾ ਬੁੱਢਾ ਜੀ ਨੇ ਨਹੀਂ ਨਿਗਾਹ ਕੀਤੀ, ਅਤੇ ਜਦੋਂ ਦੂਸਰੀ ਵਾਰ ਨਿਮਾਣੇ ਹੋ ਕੇ ਸ਼ਰਧਾ ਅਤੇ ਭਾਵਨਾ ਦੇ ਨਾਲ ਗਏ, ਅਤੇ ਬਾਬਾ ਬੁੱਢਾ ਜੀ ਨੇ ਆਪ ਮਾਤਾ ਜੀ ਦੇ ਸਿਰ ਤੋਂ ਟੋਕਰੀ ਲਹਾ ਕੇ ਫੁਲਕਾ ਆਪ ਆਪਣੇ ਹੱਥੀਂ ਪੋਣਾ ਖੋਲ੍ਹ ਕੇ ਛਕਿਆ। ਤਾਂ ਸੰਗਤ ਜੀ ਇੱਥੇ ਗੱਲ ਸ਼ਰਧਾ ਦੀ ਹੈ, ਅਤੇ ਸ਼ਰਧਾ ਨੂੰ ਹੀ ਗੁਰੂ ਸਾਹਿਬ ਦੇ ਘਰ ਅਤੇ ਦਰ ਪ੍ਰਵਾਨਿਆ ਜਾਂਦਾ, ਸ਼ਰਧਾ ਨੂੰ ਹੀ ਗੁਰੂ ਸਾਹਿਬ ਕਬੂਲ ਕਰਦੇ ਨੇ। ਅਤੇ ਸਾਡੇ ਅੰਦਰ ਵੀ ਸ਼ਰਧਾ ਗੁਰੂ ਸਾਹਿਬ ਦੇ ਪ੍ਰਤੀ ਬਣ ਜਾਏ, ਅਤੇ ਪਾਇਆ ਨਾਮ ਅਪਾਰਾ, ਅਤੇ ਅਸੀਂ ਉਸ ਅਪਾਰਾ ਭਾਵ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਆਪਣੇ ਜੀਵਨ ਦੇ ਵਿੱਚ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪ ਜਪ ਕੇ ਦੁੱਖਾਂ ਅਤੇ ਕਲੇਸ਼ਾਂ ਦਾ ਨਾਸ਼ ਕਰ ਲਈਏ। ਇਹ ਸਾਡੇ ਆਪਣੇ ਹੱਥ ਇਖਤਿਆਰ ਹੈ। ਜੇ ਅਸੀਂ ਕਹੀਏ ਵੀ ਸਾਡੇ ਦੁੱਖ ਨਹੀਂ ਮਿਟਦੇ, ਸਾਡੇ ਕਲੇਸ਼ ਨਹੀਂ ਮਿਟਦੇ, ਤਾਂ ਸਤਿਗੁਰੂ ਜੀ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਮਿਟਦੇ ਕਿਉਂ ਨਹੀਂ? ਮਿਟਣਗੇ ਜੇਕਰ ਸ਼ਰਧਾ ਅਤੇ ਭਾਵਨਾ ਦੇ ਨਾਲ, ਪ੍ਰੇਮ ਦੇ ਨਾਲ ਗੁਰੂ ਦੀ ਬਾਣੀ ਨੂੰ ਸੁਣੇ, ਸਿਮਰਨ ਨੂੰ ਸੁਣੇ, ਤਾਂ ਸੇਵਾ ਅਤੇ ਸਿਮਰਨ ਦੋਨੋਂ ਹੀ ਤੈਨੂੰ ਇਸ ਕਲਯੁਗੀ ਸਮੇਂ ਦੇ ਵਿੱਚੋਂ ਕੱਢ ਕੇ ਸਤਿਯੁਗ ਦੇ ਵਿੱਚ ਲਿਜਾ ਸਕਦੇ ਨੇ। ਜਿਹੜੇ ਘਰਾਂ ਵਿੱਚ ਅੱਜ ਵੀ ਬੰਦਗੀ ਹੁੰਦੀ ਹੈ, ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਰਸੋਈ ਪਰਮਾਤਮਾ ਦਾ ਨਾਮ ਜਪਦਿਆਂ ਤਿਆਰ ਹੁੰਦੀ ਹੈ, ਰਸੋਈ ਦੇ ਵਿੱਚ ਪ੍ਰਵੇਸ਼ ਹੀ ਪਰਮਾਤਮਾ ਦਾ ਸਿਮਰਨ ਕਰਕੇ, ਇਸ਼ਨਾਨ ਕਰਕੇ ਫਿਰ ਹੁੰਦਾ ਹੈ। ਅਤੇ ਉਹ ਜਿਸ ਘਰ ਵਿੱਚ ਅੱਜ ਵੀ ਭਲੇ ਦੀਆਂ ਗੱਲਾਂ ਹੁੰਦੀਆਂ, ਕਿਸੇ ਦੀ ਨਿੰਦਿਆ ਚੁਗਲੀ ਈਰਖਾ ਦੀ ਗੱਲ ਨਹੀਂ ਹੁੰਦੀ, ਅੱਜ ਵੀ ਉਹਨਾਂ ਘਰਾਂ ਵਿੱਚ ਸਤਿਯੁਗ ਹੈ। ਅਤੇ ਨਹੀਂ ਬਹੁਤੀਆਂ ਥਾਵਾਂ 'ਤੇ ਗੁਰੂ ਘਰਾਂ ਵਿੱਚ ਵੀ ਕਲਯੁਗ ਰਹਿੰਦਾ। ਆਖੋ ਸਤਿਨਾਮ ਸ੍ਰੀ। ਗੁਰੂ ਘਰਾਂ ਦੇ ਵਿੱਚ ਵੀ ਕਲਯੁਗ ਰਹਿੰਦਾ ਹੈ। ਕਿਉਂ? ਉੱਥੋਂ ਦੇ ਵਸਨੀਕ ਨੇ ਜਿਹੜੇ ਗੁਰੂ ਦੀ ਚਾਕਰੀ ਸੇਵਾ ਕਰਨ ਵਾਲੇ, ਉਹਨਾਂ ਦੇ ਅੰਦਰ ਵੀ ਨਾਮ ਬਾਣੀ ਦਾ ਪ੍ਰਵੇਸ਼ ਨਹੀਂ ਹੋਇਆ। ਕੇਵਲ ਜੇ ਕੀਤਾ ਜਾ ਰਿਹਾ ਹੈ ਅਤੇ ਦਿਖਾਵੇ ਦਾ ਕਰਮ ਕੀਤਾ ਜਾ ਰਿਹਾ ਵੀ ਹਾਂ ਮੈਂ ਸੇਵਾ ਕਰਦਾ ਹਾਂ, ਇਸ ਕਰਕੇ ਕਿ ਮੈਨੂੰ ਸੰਗਤ ਮਾਇਆ ਦਿੰਦੀ ਹੈ, ਸੇਵਾ ਤਾਂ ਕਰਦਾ, ਮੇਰਾ ਤਾਂ ਹੱਕ ਹੈ। ਨਹੀਂ, ਜੇ ਸੰਗਤ ਨੂੰ ਪ੍ਰੇਰਿਆ ਜਾ ਸਕਦਾ ਵੀ ਸੰਗਤ ਜੀ ਤਨ ਨਾਲ ਸੇਵਾ ਕਰਨੀ ਹੈ, ਅਤੇ ਕੀ ਗੁਰੂ ਘਰ ਰਹਿਣ ਵਾਲਿਆਂ ਕੋਲ ਤਨ ਨਹੀਂ? ਉਹ ਵੀ ਇਸ ਤਨ ਦੇ ਨਾਲ ਸੇਵਾ ਕਰਨ, ਤਾਂ ਦੂਸਰਿਆਂ ਨੂੰ ਕਹਿਣਾ ਵਧੀਆ ਲੱਗਦਾ ਹੈ।
ਜੇ ਕਵੇ ਸੰਗਤ ਜੀ ਮਨ ਕਰਕੇ ਸਿਮਰਨ ਕਰਨਾ, ਗੁਰੂ ਘਰ ਦੇ ਵਿੱਚ ਰਹਿਣ ਵਾਲੇ ਵੀ ਮਨ ਕਰਕੇ ਸਿਮਰਨ ਕਰਨ। ਜਿੱਥੇ ਗੁਰੂ ਘਰ ਦਾ ਨਿਤਨੇਮ ਹੈ, ਸੰਗਤ ਦਾ ਨਿਤਨੇਮ ਹੈ, ਉੱਥੇ ਨਾਲ ਆਪਣਾ ਵੀ ਨਿਤਨੇਮ ਹੋਵੇ। ਜਿੰਨੀ ਕੁ ਸੰਗਤ ਦੇ ਨਾਲ ਗੱਲ ਹੋਈ ਹੈ ਉਸ ਤੋਂ ਡਬਲ ਕੀਤਾ ਜਾਏ ਤਾਂ ਗੁਰੂ ਝੋਲੀਆਂ ਭਰਦਾ ਹੈ। ਗੁਰੂ ਕਿਸੇ ਚੀਜ਼ ਤੋਂ ਬਿਰਵਾ ਵਾਂਝਾ ਨਹੀਂ ਰੱਖਦਾ। ਅਤੇ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਜੋ ਗੁਰ ਕਹੈ ਸੋ ਭਲਾ ਕਰ ਮਾਨੋ, ਗੁਰ ਕੀ ਆਗਿਆ ਸਤ ਸਤ ਕਰ ਮਾਨੀ। ਫਿਰ ਗੁਰੂ ਦੀ ਆਗਿਆ ਮੰਨੀ ਜਾਂਦੀ ਹੈ, ਫਿਰ ਗੁਰੂ ਦੀ ਆਗਿਆ ਦੇ ਵਿੱਚ ਰਹਿਣਾ, ਫਿਰ ਜੀਵਨ ਦੇ ਵਿੱਚ ਅਗਿਆਨਤਾ ਮਿਟਦੀ ਹੈ ਅਤੇ ਜੀਵਨ ਦੇ ਵਿੱਚੋਂ ਦੁੱਖ ਮਿਟਦੇ ਨੇ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਿਨਵੰਤ ਨਾਨਕ ਚਰਨ ਗੁਰ ਚਰਨ ਲਾਗੇ। ਸੰਗਤ ਜੀ, ਗੁਰੂ ਸਾਹਿਬ ਬੜੀ ਕਿਰਪਾ ਕਰਦੇ ਆ। ਜੇ ਕੋਈ ਉਸ ਬਿਨਵੰਤਾ ਦੇ ਚਰਨਾਂ ਦਾ ਧਿਆਨ ਧਰੇ, ਉਹਦੇ ਚਰਨਾਂ ਦੇ ਨਾਲ ਜੁੜ ਜਾਏ ਤਾਂ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਆ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਵੇਖ ਕਾਟਣ ਹਾਰਾ। ਹਰੀ ਪਰਮਾਤਮਾ ਦੇ ਨਾਮ ਦਾ ਰਸ ਚਾਖਿਆ, ਚਖਣਾ ਕਰ। ਭਾਵ ਉਸ ਦਾ ਆਨੰਦ ਮਾਣ। ਇਸ ਰਸਨਾ ਦੇ ਨਾਲ ਜਪੇ ਜੇ ਵਾਹਿਗੁਰੂ ਅਤੇ ਅੰਦਰ ਨੂੰ ਤੇਰੇ ਨੂੰ ਆਨੰਦ ਮਿਲੇ। ਰਸਨਾ ਗਾਵੇ, ਕੰਨ ਸੁਣਨ ਅਤੇ ਮਨ ਤੱਕ ਤੇਰੇ ਅੰਦਰ ਹਿਰਦੇ ਤੱਕ ਉਸ ਵਾਹਿਗੁਰੂ ਸ਼ਬਦ ਕਹੇ ਦੀ ਪਹੁੰਚ ਹੋਵੇ ਅਤੇ ਤੈਨੂੰ ਵਾਹਿਗੁਰੂ ਕਹਿਣਾ ਚੰਗਾ ਲੱਗੇ। ਤੈਨੂੰ ਸਤ ਸੰਗਤ ਦੇ ਵਿੱਚ ਜਾਣ ਦੀ ਕਾਹਲ ਹੋਵੇ ਵੀ ਮੈਂ ਲੇਟ ਨਾ ਹੋ ਜਾਵਾਂ। ਨਹੀਂ ਤੇ ਅੱਜ ਕੱਲ੍ਹ ਸੰਗਤ ਜੀ ਸਿਸਟਮ ਹੀ ਇਹ ਬਣਿਆ ਹੋਇਆ ਵੀ ਜਦੋਂ ਆਨੰਦ ਸਾਹਿਬ ਸ਼ੁਰੂ ਹੋਵੇਗਾ ਘਰੋਂ ਤੁਰਦੇ ਹੀ ਉਦੋਂ ਆ। ਜੀਵਨ ਦੇ ਵਿੱਚ 24 ਘੰਟੇ ਪ੍ਰਮਾਤਮਾ ਨੇ ਦਿੱਤੇ ਅਤੇ 24 ਘੰਟਿਆਂ ਵਿੱਚੋਂ ਜੇ 1 ਘੰਟਾ ਗੁਰੂ ਦੇ ਲੇਖੇ ਲਾ ਦਿਆਂਗੇ ਕੁਝ ਨਹੀਂ ਘਟ ਜਾਣਾ। ਇਹਦਾ ਪਰਤ ਕੇ ਫਲ ਹੈ ਜਿਹੜਾ ਸਾਡੀ ਝੋਲੀ ਵਿੱਚ ਪੈਣਾ। ਇਸ ਘੰਟੇ ਦੇ ਵਿੱਚੋਂ ਕਿਸੇ ਨੇ ਕੁਝ ਵੰਡਾ ਨਹੀਂ ਲੈਣਾ ਸਾਡੇ ਤੋਂ। ਜਿਤਨਾ ਕੁ ਸਮਾਂ ਗੁਰੂ ਸਾਹਿਬ ਸਾਨੂੰ ਬਖਸ਼ਦੇ ਆ ਉਤਨਾ ਕੁ ਸਮਾਂ ਇਕਾਗਰ ਚਿੱਤ ਹੋ ਕੇ ਬਿਤਾ ਲਈਏ। ਇਸ ਸਮੇਂ ਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਵੰਡਾ ਲੈਣਾ। ਦੁਨਿਆਵੀ ਧਨ ਨੂੰ ਵੰਡਾਉਣ ਵਾਲੇ ਧੀਆਂ ਪੁੱਤਰ ਭੈਣ ਭਾਈ ਨੇ, ਪਰ ਜੋ ਨਾਮ ਜਪਦਾ, ਸੇਵਾ ਤੇ ਸਿਮਰਨ ਕਰਦਾ, ਇਸ ਦੇ ਵਿੱਚੋਂ ਕਿਸੇ ਨੇ ਕੁਝ ਵੀ ਨਹੀਂ ਵੰਡਾ ਲੈਣਾ। ਇਹ ਤੇ ਸਿਰਫ ਤੇਰੇ ਕੰਮ ਆਉਣਾ ਹੈ। ਅਤੇ ਜਾਂ ਫਿਰ ਇਹ ਹੋ ਸਕਦਾ ਜੇ ਤੂੰ ਆਪ ਜਪੇ ਅਤੇ ਆਪਣੇ ਪਰਿਵਾਰ ਨੂੰ ਜਪਣ ਵਾਸਤੇ ਪ੍ਰੇਰੇ ਤਾਂ ਸਤਿਗੁਰੂ ਜੀ ਕਹਿੰਦੇ ਆਪ ਤਰਿਆ ਆਪਣੀ ਕੁਲ ਵੀ ਲਈ ਤਰਾਏ। ਫਿਰ ਆਪਣੀਆਂ ਕੁਲਾਂ ਦਾ ਵੀ ਭਲਾ ਹੋ ਸਕਦਾ ਹੈ। ਹਰ ਰਸ ਚਾਖ, ਹਰੀ ਪਰਮਾਤਮਾ ਦਾ ਨਾਮ ਰਸ ਚਖਿਆ ਕਰ, ਉਹਦਾ ਆਨੰਦ ਮਾਣਿਆ ਕਰ। ਮਨ ਨਿਰਮਲ ਹੋਆ, ਹਰੀ ਪਰਮਾਤਮਾ ਦਾ ਨਾਮ ਤੇਰੇ ਮਨ ਨੂੰ ਨਿਰਮਲ ਕਰੇਗਾ। ਮਨ ਦੇ ਵਿੱਚੋਂ ਵਹਿਮਾਂ ਭਰਮਾਂ ਦਾ ਹਨੇਰਾ ਜਿਹੜਾ ਉਹ ਮਿਟ ਜਾਣਾ ਅਤੇ ਫਿਰ ਕੀ ਹੋਣਾ? ਕਿਲ ਵਿਖ ਕਾਟਣ ਹਾਰਾ। ਕਿਲ ਵਿਖ ਕਹਿੰਦੇ ਨੇ ਪਾਪਾਂ ਨੂੰ, ਵਿਘਨਾ ਵਿਨਾਸ਼ਨਾਂ ਨੂੰ। ਉਹ ਪਰਮ ਪਿਤਾ ਪਰਮਾਤਮਾ ਇੰਨੀ ਤਾਕਤ ਦਾ ਮਾਲਕ ਹੈ, ਤੇਰੇ ਜੀਵਨ ਦੇ ਵਿੱਚੋਂ ਉਹਨੇ ਅਨੇਕਾਂ ਦੁੱਖਾਂ ਨੂੰ, ਕਿਲ ਵਿਖਾਂ ਨੂੰ ਕੱਟ ਦੇਣਾ। ਕੋਈ ਪਾਪ ਤੇਰੇ ਜੀਵਨ ਵਿੱਚ ਬਾਕੀ ਨਹੀਂ ਰਹਿ ਜਾਣਾ ਜੇਕਰ ਤੂੰ ਸੱਚੇ ਮਨ ਦੇ ਨਾਲ ਇਕਾਗਰ ਚਿੱਤ ਹੋ ਕੇ ਆਪਣੀ ਰਸਨਾ ਤੋਂ ਜਪੇ ਵਾਹਿਗੁਰੂ 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 ਵਾਹਿਗੁਰੂ। ਅੰਮ੍ਰਿਤ ਵੇਲੇ ਜਾਗਣ ਦੀ ਆਦਤ ਪਾ। ਸਭ ਤੋਂ ਵੱਡਾ ਜੀਵਨ ਦੇ ਵਿੱਚ ਹਨੇਰਾ ਹੀ ਇਹ ਹੈ ਕਿ ਤੂੰ ਅੰਮ੍ਰਿਤ ਵੇਲੇ ਤੋਂ ਦੂਰ ਹੋ ਗਿਆ। ਜਦੋਂ ਅੰਮ੍ਰਿਤ ਵੇਲੇ ਤੋਂ ਦੂਰ ਹੋ ਜਾਏ ਕੋਈ, ਫਿਰ ਇਹ ਸਮਝੋ ਕਿ ਉਹ ਮਨੁੱਖ ਗੁਰੂ ਤੋਂ ਦੂਰ ਹੋ ਗਿਆ। ਅਤੇ ਜਦੋਂ ਕੋਈ ਗੁਰੂ ਤੋਂ ਦੂਰ ਹੋ ਜਾਂਦਾ ਫਿਰ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਜਾਗ ਕੇ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਅਤੇ ਉਸ ਨੂੰ ਫਿਰ ਸਭੇ ਰੋਗ ਇਉਂ ਲੱਗਦਾ ਵੀ ਪਰਮਾਤਮਾ ਨੇ ਸਾਰੀ ਦੁਨੀਆ ਦੇ ਦੁੱਖ ਹੀ ਮੇਰੀ ਝੋਲੀ ਵਿੱਚ ਪਾ ਦਿੱਤੇ। ਅਤੇ ਦੂਸਰਾ ਉਦਾਹਰਣ ਸ਼ਬਦ ਆਪਾਂ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਉਚਾਰਨ ਕੀਤਾ ਰਹਿਰਾਸ ਸਾਹਿਬ ਦੀ ਬਾਣੀ ਵਿੱਚ, ਹਰ ਵਿਸਰਤ ਤੇਰੇ ਗੁਣ ਗਲਿਆ।
ਜਦੋਂ ਹਰੀ ਪਰਮਾਤਮਾ ਪਰਮੇਸ਼ਰ ਨੂੰ ਭੁਲਾ ਦਿੱਤਾ, ਹੌਲੀ ਹੌਲੀ ਜੀਵਨ ਦੇ ਵਿੱਚੋਂ ਪਰਮਾਤਮਾ ਦੀ ਯਾਦ ਜਾਂਦੀ ਰਹੀ, ਤਾਂ ਫਿਰ ਤੇਰੇ ਗੁਣ ਸੀ ਜਿਹੜੇ ਪਰਮਾਤਮਾ ਨੇ ਤੈਨੂੰ ਗੁਣਤਾ ਦੇ ਕੇ ਭੇਜਿਆ ਸੀ, ਪਰ ਪਰਮੇਸ਼ਰ ਨੂੰ ਭੁਲਾਉਣ ਕਰਕੇ ਤੇਰੇ ਗੁਣ ਨੇ ਜਿਹੜੇ ਇੱਕ ਇੱਕ ਕਰਕੇ ਗਲ ਗਏ। ਅਤੇ ਜਦੋਂ ਕਿਸੇ ਦੇ ਅੰਦਰੋਂ ਗੁਣ ਗਲ ਜਾਣ, ਜਦੋਂ ਕਿਸੇ ਦੀ ਕੋਈ ਚੰਗੀ ਚੀਜ਼ ਸੜ ਜਾਏ, ਤੇ ਫਿਰ ਬੰਦਾ ਪਛਤਾਉਂਦਾ ਤੇ ਹੈ, ਰੋਂਦਾ ਤੇ ਹੈ। ਜਦੋਂ ਬੰਦੇ ਦੀ ਕਮਾਈ ਸੜ ਜਾਏ, ਬੰਦੇ ਦੀ ਚੰਗਿਆਈ ਸੜ ਜਾਏ, ਤੇ ਫਿਰ ਰੋਂਦਾ ਤੇ ਹੈ, ਕੁਰਲਾਉਂਦਾ ਤੇ ਹੈ। ਸੰਗਤ ਜੀ, ਇਸ ਤੋਂ ਪਹਿਲਾਂ ਰੋਣਾ ਪਏ, ਕਰਲਾਉਣਾ ਪਏ, ਤੇ ਆਪਣੇ ਸਮੇਂ ਦੀ ਸੰਭਾਲ ਹੀ ਕਰਨੀ ਹੈ ਨਾ। ਗੁਰੂ ਸਾਹਿਬ ਦਾ ਹੁਕਮ ਹੈ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਭਲਕੇ ਭਾਵ ਅੰਮ੍ਰਿਤ ਵੇਲੇ ਜਾਗੇ ਤੇ ਉਸ ਦਾ ਨਾਮ ਧਿਆਵੇ, ਸਿਮਰਨ ਵਿੱਚ ਆਪਣੇ ਮਨ ਨੂੰ ਜੋੜੇ। ਤੇ ਫਰੀਦ ਸਾਹਿਬ ਨੇ ਥੋੜਾ ਸ਼ਬਦ ਕਰੜਾ ਵਰਤਿਆ, ਤੇ ਉਹਨਾਂ ਨੇ ਕੀ ਕਿਹਾ, ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵੰਦੜੋ ਮੋਇਓ ਹੈ। ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ, ਪਿਛਲ ਰਾਤ ਤੋਂ ਭਾਵ 4 ਪਹਿਰ ਰਾਤ ਦੇ ਹੈ। 6 ਤੋਂ 9 ਪਹਿਲਾ ਪਹਿਰ, 9 ਤੋਂ 12 ਦੂਜਾ ਪਹਿਰ, 12 ਤੋਂ 3 ਤੀਜਾ ਪਹਿਰ, 3 ਤੋਂ 6 ਚੌਥਾ ਪਹਿਰ। 3 ਘੰਟਿਆਂ ਦਾ ਇੱਕ ਪਹਿਰ ਹੈ। ਜੇ ਤੂੰ 3 ਤੋਂ 6 ਵਾਲੇ ਪਹਿਰ ਵਿੱਚ ਨਹੀਂ ਜਾਗਿਆ, ਤਾਂ ਫਰੀਦ ਸਾਹਿਬ ਕਹਿੰਦੇ ਜਿਉਂਦਾ ਹੀ ਮਰਿਆ ਸਮਾਨ, ਆਖੋ ਸਤਿਨਾਮ ਸ੍ਰੀ। ਜੇ 5 ਵਜੇ ਵੀ ਜਾਗੇ ਤਾਂ ਵੀ ਸਮਾਂ ਹੈ ਤੇਰੇ ਕੋਲ ਪਰਮਾਤਮਾ ਦਾ ਸਿਮਰਨ ਕਰਨ ਦਾ, ਉਸ ਦੇ ਘਰੋਂ ਸੌਗਾਤਾਂ ਦਾਤਾਂ ਲੁੱਟਣ ਦਾ। ਲੁੱਟ ਸਕਦਾ ਤੇ ਲੁੱਟ ਲੈ। ਕਬੀਰ ਸਾਹਿਬ ਕਹਿੰਦੇ ਨੇ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਨ ਜਾਹੇਂਗੇ ਛੂਟ। ਫਿਰ ਇਹ ਜੀਵਾਤਮਾ ਨੇ ਪਛਤਾਉਣਾ ਹੈ। ਜਦੋਂ ਪ੍ਰਾਣ ਸਰੀਰ ਵਿੱਚੋਂ ਨਿਕਲ ਗਏ, ਜਿੰਦ ਨੇ ਉਡਾਰੀ ਮਾਰੀ, ਸਰੀਰ ਇੱਥੇ ਢਹਿ ਢੇਰੀ, ਤੇ ਜੀਵਾਤਮਾ ਤੋਂ ਫਿਰ ਲੇਖੇ ਜੋਖੇ ਪੁੱਛੇ ਜਾਣੇ ਨੇ। ਕਰ ਕਰ ਕਰਨਾ, ਲਿਖ ਲੈ ਜਾਹੋ ਆਪੇ ਬੀਜ, ਆਪੇ ਹੀ ਖਾਹੋ, ਫਿਰ ਇਹ ਤੈਨੂੰ ਭੋਗ ਭੋਗਣੇ ਪੈਣੇ ਨੇ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਤਿਮ ਪੰਕਤੀਆਂ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹੈ, ਕਹਿੰਦੇ ਜਿਹੜਾ ਜੀਵ ਸ਼ਬਦ ਦੇ ਨਾਲ ਮਰਦਾ ਹੈ, ਭਾਵ ਆਪਣੇ ਹੰਕਾਰ ਨੂੰ ਮਾਰਦਾ ਹੈ, ਆਪਣੀ ਹਉਮੈ ਨੂੰ ਮਾਰਦਾ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਆਪਣੇ ਅੰਦਰ ਦੇ ਹੰਕਾਰ ਨੂੰ ਸ਼ਬਦ ਦੇ ਨਾਲ ਮਾਰੋ। ਕਬੀਰ ਸਤਿਗੁਰ ਸੂਰਮੈ, ਵਾਹਿਆ ਵਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਗੁਰੂ ਦੇ ਸ਼ਬਦ ਰੂਪੀ ਬਾਣ ਦੇ ਨਾਲ ਆਪਣੇ ਇਸ ਹੰਕਾਰ ਰੂਪੀ ਸ਼ੇਰ ਨੂੰ ਮਾਰ ਮੁਕਾਉਣਾ, ਆਪਣੇ ਹੰਕਾਰ ਰੂਪੀ ਹਾਥੀ ਰੂਪੀ ਸ਼ੰਕਾਰ ਨੂੰ ਮਾਰ ਮਿਟਾਉਣਾ। ਤਾਂ ਸਤਿਗੁਰੂ ਜੀ ਕਹਿੰਦੇ ਜੀਵੋ ਸਦ ਹੀ, ਫਿਰ ਸਦਾ ਜਿਉਂਦੇ ਰਹਿਣਾ। ਇੱਕ ਵਾਰੀ ਆਪਣੇ ਅੰਦਰੋਂ ਹਉਮੈ ਹੰਕਾਰ ਮਾਰ ਕੇ ਫਿਰ ਉਹ ਮਨੁੱਖ ਸਦਾ ਵਾਸਤੇ ਜਿਉਂਦਾ ਹੋ ਜਾਂਦਾ ਹੈ। ਫਿਰ ਮਰਨ ਨਾ ਹੋਈ, ਜੇ ਉਹ ਮਰ ਵੀ ਜਾਏ ਤਾਂ ਵੀ ਉਹ ਜਿਉਂਦਿਆਂ ਵਿੱਚ ਗਿਣਿਆ ਜਾਂਦਾ। ਆਖੋ ਸਤਿਨਾਮ ਸ੍ਰੀ। ਭਾਈ ਮਨੀ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਭਾਈ ਤਾਰੂ ਸਿੰਘ ਵਰਗੇ ਇਸ ਸੰਸਾਰ ਤੋਂ ਚਲੇ ਤੇ ਗਏ, ਪਰ ਸੰਗਤ ਜੀ ਅੱਜ ਵੀ ਜਿਉਂਦੇ ਹੈ, ਅੱਜ ਵੀ ਉਹ ਅਮਰ ਨੇ, ਅੱਜ ਵੀ ਉਹਨਾਂ ਦਾ ਨਾਮ ਹੈ ਜਿਉਂਦਿਆਂ 'ਚ ਆਉਂਦਾ ਹੈ, ਅੱਜ ਵੀ ਸਤਿਕਾਰ ਨਾਲ ਕਿਹਾ ਜਾਂਦਾ ਹੈ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ। ਕਿਉਂ? ਉਹਨਾਂ ਨੇ ਸ਼ਬਦ ਦੇ ਨਾਲ ਆਪਣੇ ਉਸ ਹਾਥੀ ਰੂਪ ਹੰਕਾਰ ਨੂੰ ਮਾਰ ਕੇ ਆਪਣੇ ਆਪ ਨੂੰ ਸਦਾ ਵਾਸਤੇ ਸਾਰਿਆਂ ਦੇ ਦਿਲਾਂ ਵਿੱਚ ਜਿਉਂਦੇ ਸਾਬਿਤ ਕਰ ਦਿੱਤਾ। ਅੱਜ ਵੀ ਉਹਨਾਂ ਦੇ ਪ੍ਰਤੀ ਸਭ ਦੇ ਅੰਦਰ ਸਤਿਕਾਰ ਹੈ, ਭਾਵਨਾ ਹੈ, ਪਿਆਰ ਹੈ।
ਤਾਂ ਸਤਿਗੁਰੂ ਜੀ ਅੱਗੇ ਸਮਝਾਉਂਦੇ ਆ, ਅੰਮ੍ਰਿਤ ਨਾਮ ਸਦਾ ਮਨ ਮੀਠਾ, ਸਭ ਦੇ ਭਾਵੈ ਕੋਈ। ਅੰਮ੍ਰਿਤ ਰੂਪੀ ਨਾਮ ਹੈ ਜਿਹੜਾ, ਅੰਮ੍ਰਿਤ ਰੂਪੀ ਹੈ, ਤੇ ਸਦਾ ਮਨ ਮਿੱਠਾ। ਉਹਨਾਂ ਦੇ ਮਨ ਨੂੰ ਮਿੱਠਾ ਲੱਗਦਾ ਜਿਨ੍ਹਾਂ ਨੂੰ ਸ਼ਬਦ ਦੇ ਨਾਲ, ਨਾਮ ਦੇ ਨਾਲ ਪ੍ਰੇਮ ਹੋ ਗਿਆ। ਮੋਹ ਹੈ ਜਿਹੜਾ ਉਸ ਪਰਮਾਤਮਾ ਦੇ ਨਾਲ, ਸ਼ਬਦ ਦੇ ਨਾਲ ਬਣ ਗਿਆ। ਜਿਹਨੂੰ ਇਹ ਗੱਲ ਦਾ ਪੱਕੇ ਤੌਰ 'ਤੇ ਵਿਸ਼ਵਾਸ ਹੋ ਗਿਆ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਾਂ ਫਿਰ ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ। ਤਾਂ ਸੰਗਤ ਜੀ ਉਹਨਾਂ ਨੂੰ ਫਿਰ ਇਹ ਸ਼ਬਦ ਹੈ ਜਿਹੜਾ ਮਿੱਠਾ ਲੱਗਣ ਲੱਗ ਪੈਂਦਾ ਹੈ, ਉਹਨਾਂ ਦੀ ਜੀਵਨ ਦੀ ਖੁਰਾਕ ਬਣ ਜਾਂਦਾ ਹੈ ਸ਼ਬਦ। ਤੇ ਜਿਨ੍ਹਾਂ ਦੇ ਜੀਵਨ ਦੀ ਖੁਰਾਕ ਸ਼ਬਦ ਬਣ ਗਿਆ, ਫਿਰ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਗੁਰੂ ਕਿਰਪਾ ਕਰਦਾ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਸਤਿਗੁਰੂ ਜੀ ਕਹਿੰਦੇ ਇੱਥੇ ਬੰਦੇ ਦੇ ਵੀ ਕੀ ਵੱਸ ਦੀ ਗੱਲ। ਉਸ ਦਾਤੇ ਨੇ ਦਾਤ ਹੈ ਜਿਹੜੀ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਨਾਮ ਰੂਪੀ ਦਾਤ ਉਸ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੈ। ਤੇ ਬਿਰਲੇ ਜਨ ਹੀ ਨੇ ਜਿਹੜੇ ਉਸ ਦਾਤ ਨੂੰ ਪ੍ਰਾਪਤ ਕਰਦੇ ਹੈ। ਹੁਣ ਮਾਫ ਕਰਿਓ, ਕਹਿਣ ਦੇਣਾ ਪਿੰਡ ਤੇ ਕਾਫੀ ਹੈ ਨਾ, ਪਰ ਬਿਰਲੇ ਜਨ ਨੇ ਜਿਨ੍ਹਾਂ ਨੂੰ ਇਹ ਨਾਮ ਰੂਪੀ ਦਾਤ ਮਿਲਦੀ ਹੈ, ਉਹੀ ਅੰਮ੍ਰਿਤ ਵੇਲੇ ਜਾਗਦੇ ਨੇ ਤੇ ਗੁਰੂ ਦੇ ਦਰ 'ਤੇ ਆ ਕੇ ਸ਼ਬਦ ਦੀ ਵਿਚਾਰ ਸੁਣਦੇ ਨੇ, ਅਰਦਾਸ ਬੇਨਤੀ ਵਿੱਚ ਖੜ੍ਹਦੇ ਨੇ। ਇਹ ਦਾਤੇ ਨੇ ਦਾਤ ਬਿਰਲੇ ਜਨਾਂ ਨੂੰ ਹੀ ਦਿੱਤੀ ਹੈ ਤੇ ਬਿਰਲੇ ਜਨ ਹੀ ਇੱਥੇ ਪਹੁੰਚਦੇ ਨੇ। ਤਾਂ ਸਤਿਗੁਰਾਂ ਦਾ ਇਹ ਪਾਵਨ ਸ਼ਬਦ ਹੈ। ਇੱਥੇ ਪ੍ਰਤੱਖਤਾ ਦੀ, ਜਿਵੇਂ ਪ੍ਰਮਾਣ ਨੂੰ ਕਹਿੰਦੇ ਪ੍ਰਤੱਖਤਾ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ, ਤਾਂ ਇੱਥੇ ਉਹੀ ਗੱਲ ਹੈ ਵੀ ਦਾਤਾ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਹੁਣ ਪਰਿਵਾਰ ਦੇ ਵਿੱਚ ਜੀ ਤੇ ਅਸੀਂ 5 ਹੋ ਸਕਦੇ ਹਾਂ, ਪਰ 5 ਦੇ ਵਿੱਚੋਂ ਇੱਕ ਗੁਰੂ ਘਰ ਆਇਆ, ਇਹ ਉਸ ਦਾਤੇ ਦੀ ਕਿਰਪਾ ਹੀ ਮੰਨੇ ਵੀ ਇੱਕ ਜੀ ਤੇ ਪਰਮਾਤਮਾ ਨੇ ਦਇਆ ਕੀਤੀ ਹੈ, ਰਹਿਮਤ ਕੀਤੀ ਹੈ। ਤਾਂ ਗੁਰੂ ਦੇ ਇਸ ਸ਼ਬਦ ਨੂੰ, ਨਾਮ ਨੂੰ ਲੁੱਟਣ ਵਾਸਤੇ, ਪਰਮਾਤਮਾ ਦੇ ਦਰ 'ਤੇ ਤਨ ਮਨ ਧਨ ਕਰਕੇ ਸੇਵਾ ਕਰਨ ਵਾਸਤੇ ਜਿਹੜਾ ਸਮਾਂ ਕੱਢ ਕੇ ਗੁਰੂ ਦੇ ਦਰ 'ਤੇ ਪਹੁੰਚਿਆ, ਗੁਰੂ ਕੀ ਹਜ਼ੂਰੀ ਵਿੱਚ ਬੈਠਿਆ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪੈ ਸਈ। ਅੰਤਿਮ ਪੰਕਤੀ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਭਾਈ ਤਾਂ ਨਾਨਕ ਤੀਸਰੇ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਫਰਮਾਉਂਦੇ ਹਨ, ਕਹਿੰਦੇ ਨਾਮ ਰੱਤੇ ਜਿਹੜੇ ਬੰਦਿਆਂ ਨੇ ਆਪਣੇ ਆਪ ਨੂੰ ਨਾਮ ਦੇ ਵਿੱਚ ਰੰਗ ਲਿਆ, ਰੱਤੇ ਤੋਂ ਭਾਵ ਰੰਗ ਲਿਆ, ਉਹਨਾਂ ਨੇ ਫਿਰ ਲੋਕ ਤੇ ਪਰਲੋਕ ਵਿੱਚ ਸੁਖ ਪਾਇਆ। ਦਰਗਾਹ ਜਾਪੈ ਸਈ, ਉਹ ਹੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਗ੍ਹਾ ਪਾਉਂਦੇ ਨੇ, ਉਹ ਹੀ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੁੰਦੇ ਆ, ਉਹ ਹੀ ਜਨਮ ਮਰਨ ਤੋਂ ਛੁੱਟਦੇ ਨੇ। ਸੋ ਇਹ ਸਹੀ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਅੱਜ ਦੇ ਹੁਕਮਨਾਮਿਆਂ ਦੀ ਵਿਚਾਰ। ਸੋ ਅੱਜ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ 52 ਹੁਕਮਨਾਮਿਆਂ ਦੇ ਵਿੱਚੋਂ 17ਵੇਂ ਹੁਕਮ ਦੀ ਜੋ ਵਿਚਾਰ ਹੈ ਉਹ ਇਸ ਤਰ੍ਹਾਂ ਹੈ ਜੀ। ਸਤਿਗੁਰੂ ਜੀ ਕਹਿੰਦੇ, ਜਗਤ ਝੂਠ ਤੰਬਾਕੂ ਵਿਖਿਆ ਦਾ ਤਿਆਗ ਕਰਨਾ। ਗੁਰੂ ਸਾਹਿਬ ਦਾ ਇਹ ਹੁਕਮ ਹੈ, ਜਿੰਨਾ ਵੀ ਗੁਰਮੁਖ ਪਿਆਰਿਆਂ ਦਾ ਸਿੱਖ ਧਰਮ ਦੇ ਵਿੱਚ ਜਨਮ ਹੋਇਆ, ਵੈਸੇ ਤਾਂ ਸਾਰਿਆਂ ਵਾਸਤੇ ਹੀ ਇਹ ਬਹੁਤ ਘਾਤਕ ਹੈ ਤੰਬਾਕੂ ਦੀ ਵਰਤੋਂ ਕਰਨੀ। ਕੋਈ ਵੀ ਇਸ ਤੰਬਾਕੂ ਦੀ ਵਰਤੋਂ ਨਾ ਕਰੇ। ਗੁਰੂ ਸਾਹਿਬ ਕਹਿੰਦੇ, ਪਾਨ ਸੁਪਾਰੀ ਖਾਤੀਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ। ਵੈਸੇ ਤਾਂ ਸਾਰਿਆਂ ਨੂੰ ਹੀ ਵਰਜਦੇ ਹੈ, ਪਰ ਖਾਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦਾ ਜਨਮ ਸਿੱਖ ਧਰਮ ਦੇ ਵਿੱਚ ਹੋਇਆ, ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਚਾਹੀਦਾ ਕਿ ਉਹ ਇਹ ਤੰਬਾਕੂ ਦੀ ਵਰਤੋਂ ਕਰਨ। ਇਹਨੂੰ ਜਗਤ ਝੂਠ ਕਿਹਾ, ਸਾਰੇ ਜਗਤ ਦੀ ਝੂਠ ਹੈ। ਤੇ ਸਾਰੇ ਜਗਤ ਦੀ ਝੂਠ ਵਿੱਚ ਸਤਿਗੁਰਾਂ ਦੇ ਘੋੜੇ ਨੇ ਵੀ ਟੱਪਣ ਤੋਂ ਇਨਕਾਰ ਕਰ ਦਿੱਤਾ, ਤੰਬਾਕੂ ਦੇ ਖੇਤ ਵਿੱਚੋਂ ਨਹੀਂ ਲੰਘਿਆ।
ਪਰ ਸੰਗਤ ਜੀ ਸਾਡੇ ਗੁਰਮੁਖ ਪਿਆਰੇ ਨੇ ਕਈ ਐਸੇ ਬੜੇ ਚਾਅ ਦੇ ਨਾਲ ਇਹਨਾਂ ਤੰਬਾਕੂਆਂ ਦਾ ਸੇਵਨ ਕਰਦੇ ਨੇ। ਨਾਲੇ ਉਸ ਦੇ ਉੱਪਰ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਹੈ, ਪਰ ਫਿਰ ਵੀ ਨਹੀਂ ਛੱਡ ਸਕਦੇ। ਕਹਿੰਦੇ ਨੇ ਜੇ ਕਹਿ ਵੀ ਦਈਏ ਵੀ ਭਾਈ ਇਹ ਕੰਮ ਗਲਤ ਹੈ, ਨਾ ਕਰਿਆ ਕਰ, ਤਾਂ ਅੱਗੋਂ ਜਵਾਬ ਕੀ ਹੁੰਦਾ, ਤੁਹਾਨੂੰ ਕੀ ਤਕਲੀਫ ਹੈ, ਕਰਦੇ ਅਸੀਂ ਆ, ਰੋਗ ਸਾਨੂੰ ਲੱਗਣਾ, ਫਿਕਰ ਤੁਹਾਨੂੰ ਹੈ। ਤਾਂ ਸੰਗਤ ਜੀ ਸਾਡਾ ਤੇ ਫਰਜ਼ ਹੈ, ਜਿਵੇਂ ਕਬੀਰ ਸਾਹਿਬ ਨੇ ਕਿਹਾ, ਕਬੀਰ ਪੁਕਾਰ ਰਾਮ ਕੋ ਮੁਤੀਆ ਮੇਰੋ ਨਾਓ, ਗਲਾ ਹਮਾਰੇ ਜੇਬਰੀ ਜਹ ਖਿੰਚੈ ਤਹ ਜਾਓ। ਗੁਰੂ ਸਾਹਿਬ ਦੇ ਹੁਕਮ ਦੀ ਅਸੀਂ ਤੇ ਤਾਮੀਲ ਕਰਨੀ ਹੈ। ਗੁਰੂ ਸਾਹਿਬ ਦੇ ਹੁਕਮ ਨੂੰ ਆਪ ਜੀ ਦੇ ਵਿੱਚ ਪ੍ਰਚਾਰਨਾ ਤੇ ਪ੍ਰਸਾਰਨਾ, ਇਹ ਸਾਡਾ ਧਰਮ ਹੈ ਤੇ ਅਸੀਂ ਆਪਣੇ ਧਰਮ ਨੂੰ ਬਾਖੂਬੀ ਨਿਭਾਉਂਦੇ ਹਾਂ, ਦੀਨ ਦੇ ਨਾਲ, ਈਮਾਨ ਦੇ ਨਾਲ। ਇਸ ਦੇ ਬਾਬਤ ਗੁਰੂ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਸੇ ਤਰ੍ਹਾਂ ਗੁਰੂ ਪਰਮ ਪਿਤਾ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਬਣਾ ਕੇ ਰੱਖੇ। ਅਸੀਂ ਮੰਦ ਕਰਮਾਂ ਦਾ ਤਿਆਗ ਕਰੀਏ, ਚੰਗੇ ਕਰਮ ਆਪਣੇ ਜੀਵਨ ਵਿੱਚ ਕਮਾਈਏ। ਸੋ ਆਓ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀ ਸੰਗਤ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ, ਸਮੇਂ ਸਿਰ ਗੁਰੂ ਘਰ ਪਹੁੰਚਿਆ ਕਰੀਏ, ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਵਾ ਕਰਕੇ ਗੁਰੂ ਕੀ ਖੁਸ਼ੀ ਪ੍ਰਾਪਤ ਕਰਿਆ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ।